परम सत्कारयोग सतगुरां दी साजी और नवाजी हुई साध संगत जीओ, आप माई भाई काफ़ी समय तो लैकर के गुरमुख प्यारिਆਂ ਦੇ पासों रब्बी गुरबाणी दे जाप सरवण करते आ रहे सी। आओ सारे ही सतगुरु जी दे चरनां दे नाल जुड़ के गुर इतिहास दी विचार करिए। सतगुरु कलगीधर पातशाह गुरु गोबिंद सिंह महाराज जी, माता गुजर कौर दे अखियां दे तारे, गुर तेग बहादुर महाराज जी दे पुत्र, पुत्रां दे दानी, नीले दे साह सवार, आनंदपुर दे वासी, पटने दे माही, धन धन साहिब श्री गुरु गोबिंद सिंह महाराज जियां दा जीवन इतिहास चलता आ रहा है। एक दिन नेम अनुसार सतगुरु जी का दीवान लग रहा सी। संगत बड़ी प्रेम दे नाल मगन सतगुरु जी के उपदेश नूं सरवण कर रहे सन। एक बाणिया रौला पाउंदा होया उसने उच्ची पुकार के बेनती की कि अज अमृत वेले मेरी रुपइयां दी थैली कोई चोर लै गया है। 500 मैं घर तो लियांदा सी। उस समय का 500 रुपया देख लो भी कितना होएगा। उस समय का 500 रुपया मैं घर तो लियांदा सी अते उस नाल नवें लाहौर दुकान करके मैं बहुत नफा खटिया सी। जिथे सतगुरु कलगीधर पातशाह गुरु गोबिंद सिंह महाराज जी का ब्याह होया, नवे लाहौर बसाया सी जिथे महाराज जी ने, उथे दुकान की हुई सी इस बाणीए दी। ₹500 रुपया मैं घर तो लियांदा सी अते उस नाल नवें लाहौर दुकान करके मैं बहुत नफा खटिया सी। सारा मूल 200 नफा मेरी उस थैली विच सी। जिहड़ी चोर लै गया, तुसी तुहाडे हुक्म अनुसार मैं इत्थे बिहार कीता सी, काम कार कीता सी तुहाडे हुक्म दे नाल। हुण तुसी ही मेरी सहायता करो। होर सारे दुकानदार धन खट के घरां नूं खुशी दे नाल गए हन ते मैं हुण की लैके जावांगा। मैं तुहाडे द्वारे ते ही प्राण त्याग देंगा। बाणीआ कहन लगा। बाणीए दी पुकार ते बिथया सुन के सतगुरु जी ने उसनूं धीरज दिता अते वचन किया कि साडे सामने कोई सिख दुख पावे तां फिर प्रलोक विच उसनूं दुख तो किस तरह बचाया जा सकेगा जदों साडे सामने ही दुख पा रहा है। तो गुरमुख प्यारिओ,
ਸਭ ਨੂੰ ਖੁਸ਼ੀ ਵਾਸਤੇ ਸੱਦਿਆ। ਪਰ ਜੇ ਕੋਈ ਸਾਡੇ ਕੋਲੋਂ ਦੁਖੀ ਹੋ ਕੇ ਘਰ ਜਾਵੇ ਤਾਂ ਗੁਰੂ ਜੀ ਦੇ ਦਰਸ਼ਨਾਂ ਦਾ ਫਲ ਕੀ ਹੋਇਆ। ਇਹ ਵਿਚਾਰ ਕਰਕੇ ਤਤਕਾਲ ਹੀ ਛੇਤੀ ਹੀ ਸਤਿਗੁਰੂ ਜੀ ਨੇ ਆਪਣੇ ਸਿੱਖ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਚੋਰ ਦਾ ਅਮਕਾ ਘਰ ਹੈ, ਉਸ ਦੇ ਘਰ ਦੀ ਦੱਖਣ ਦਿਸ਼ਾ ਦੀ ਦੀਵਾਰ ਦੀ ਟਾਕੀ ਵਿੱਚ ਥੈਲੀ ਰੱਖੀ ਹੋਈ ਆ। ਉਹਦੀ ਟਾਕੀ ਦੇ ਘਰ ਦੀ ਟਾਕੀ ਦੇ ਵਿੱਚ ਥੈਲੀ ਰੱਖੀ ਹੋਈ ਹੈ ਜੋ ਚੋਰੀ ਕਰਕੇ ਲੈ ਕੇ ਆਇਆ। ਮਹਾਰਾਜ ਜੀ ਕਹਿੰਦੇ ਜਾਓ ਅਤੇ ਥੈਲੀ ਉੱਥੋਂ ਫੜ ਕੇ ਚੋਰ ਦੀਆਂ ਮੁਸ਼ਕਾਂ ਬੰਨ ਕੇ ਸਾਡੇ ਪਾਸ ਲੈ ਕੇ ਆਓ। ਸਿੰਘ ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕਰਕੇ ਚੋਰ ਨੂੰ ਫੜ ਕੇ ਥੈਲੀ ਸਹਿਤ ਸਤਿਗੁਰੂ ਜੀ ਦੇ ਹਜ਼ੂਰ ਲੈ ਆਂਦਾ। ਸਤਿਗੁਰੂ ਜੀ ਨੇ ਥੈਲੀ ਦੇ ਰੁਪਈਏ ਗਿਣ ਕੇ ਬਾਣੀਏ ਨੂੰ ਦੇ ਦਿੱਤੇ ਅਤੇ ਚੋਰ ਨੂੰ ਸਖਤ ਤਾੜਨਾ ਕਰਕੇ ਛੱਡ ਦਿੱਤਾ। ਮਹਾਰਾਜ ਜੀ ਨੇ ਘੂਰ ਦਿੱਤਾ, ਤਾੜਨਾ ਕਰ ਦਿੱਤੀ। ਕਿ ਤੂੰ ਸਾਡੇ ਫਿਰ ਐਸਾ ਕੋ ਕਰਮ ਕਰੇਗਾ ਤਾਂ ਸਖਤ ਸਜ਼ਾ ਦਿੱਤੀ ਜਾਵੇਗੀ। ਮਹਾਰਾਜ ਜੀ ਕਹਿੰਦੇ ਜੇ ਇਹੋ ਜਿਹਾ ਦੁਬਾਰਾ ਕੰਮ ਕਰੇਗਾ ਨਾ, ਤੈਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਚੋਰ ਨੇ ਸਤਿਗੁਰੂ ਜੀ ਤੋਂ ਮਾਫੀ ਮੰਗੀ ਅਤੇ ਅੱਗੋਂ ਤੋਂ ਚੋਰੀ ਨਾ ਕਰਨ ਦਾ ਪ੍ਰਣ ਵੀ ਕੀਤਾ। ਇਹ ਕੌਤਕ ਵੇਖ ਕੇ ਸਭ ਨੇ ਸਮਝ ਲਿਆ ਕਿ ਗੁਰੂ ਜੀ ਅੰਤਰਜਾਮੀ ਨੇ। ਮਹਾਰਾਜ ਜੀ ਨੇ ਦੱਸ ਦਿੱਤਾ ਕਿ ਉਹਦਾ ਘਰ ਉੱਥੇ ਆ, ਉਹਦੇ ਘਰ ਦੇ ਵਿੱਚ ਟਾਕੀ ਆ, ਟਾਕੀ ਦੇ ਵਿੱਚ ਥੈਲੀ ਪਈ, ਜਾਓ ਲਿਆਓ। ਚੱਕ ਲਿਆਂਦੇ। ਇਹ ਗੱਲ ਨੂੰ ਸੁਣ ਕੇ ਜਦੋਂ ਸਾਰੀ ਸੰਗਤ ਸਮਝ ਲਿਆ ਕਿ ਮਹਾਰਾਜ ਜੀ ਅੰਤਰਜਾਮੀ ਨੇ, ਇਹਨਾਂ ਦੇ ਹੁੰਦਿਆਂ ਕੋਈ ਖੋਟਾ ਕਰਮ ਚੋਰੀ ਆਦਿਕ ਦਾ ਨਹੀਂ ਹੋ ਸਕਦਾ। ਇਸ ਤਰ੍ਹਾਂ ਕਰਕੇ ਸਾਰੇ ਆਪੋ ਆਪਣੇ ਕੰਮਕਾਰ ਨੇਕ ਨੀਤੀ ਨਾਲ ਕਰਨ ਲੱਗ ਪਏ, ਕਿਉਂਕਿ ਡਰ ਸੀ ਵੀ ਸਤਿਗੁਰੂ ਜੀ ਅੰਤਰਜਾਮੀ ਨੇ, ਜੇ ਕੋਈ ਗਲਤ ਕੰਮ ਕਰਾਂਗੇ ਤਾਂ ਪਕੜੇ ਜਾਵਾਂਗੇ ਤੇ ਸਜ਼ਾਵਾਂ ਮਿਲਣਗੀਆਂ। ਸਾਰੇ ਡਰਨ ਲੱਗ ਪਏ, ਆਪਣੇ ਜਿਹੜੇ ਕੰਮਕਾਰ ਤੇ ਕਾਰੋ ਵਿਹਾਰ ਤੇ ਉਹ ਠੀਕ ਨੀਤੀ ਦੇ ਨਾਲ ਲਾਗੇ ਕਰਨਾ। ਮੇਲ ਵਿਦਾ ਕਰਨਾ, ਜਿਹੜਾ ਸਤਿਗੁਰੂ ਜੀ ਦੇ ਵਿਆਹ ਦੇ ਉੱਤੇ ਮੇਲ ਇਕੱਠਾ ਹੋਇਆ ਸੀ ਉਹਨੂੰ ਵਿਦਾ ਕਰਨਾ। ਹੁਣ ਮੇਲ ਵੀ ਆਪੋ ਆਪਣੇ ਘਰਾਂ ਨੂੰ ਜਾਣ ਵਾਸਤੇ ਤਿਆਰ ਹੋ ਗਿਆ। ਸਭ ਥਾਵਾਂ ਦੀ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਸੋਂ ਵਿਦਾ ਹੋਣ ਦੀ ਆਗਿਆ ਮੰਗੀ। ਸਤਿਗੁਰੂ ਜੀ ਨੇ ਸਭ ਨੂੰ ਜਥਾਜੋਗ ਸਿਰਪਾਓ ਦੇ ਕੇ ਆਨੰਦਮਈ ਪ੍ਰਸੰਨਤਾ ਨਾਲ ਵਧਾਇਗੀ ਕੀਤੀ। ਰਸਤੇ ਵਿੱਚ ਸਤਿਗੁਰੂ ਜੀ ਦੇ ਵਿਆਹ ਦੇ ਦਿਰਸ ਗੁਰੂ ਕੇ ਲਾਹੌਰ ਦੀ ਰਚਨਾ, ਉੱਥੇ ਪਾਣੀ ਦੀ ਥੋੜ ਨੂੰ ਦੂਰ ਕਰਨ ਵਾਸਤੇ ਧੋਬੀ ਦੀ ਬੇਨਤੀ ਪ੍ਰਵਾਨ ਕਰਕੇ ਬਰਸਾ ਮਾਰ ਕੇ 3 ਸੋਮੇ ਚਾਲੂ ਕਰਕੇ ਤਰਵੈਣੀ ਪ੍ਰਸਿੱਧ ਕਰਨੀ। ਚੋਰ ਦੇ ਘਰੋਂ ਸੁਪਾਈ ਥੈਲੀ ਆਪਣੇ ਅੰਤਰਜਾਮਤਾ ਨਾਲ ਦੱਸ ਕੇ ਫੜਨੀ ਅਤੇ ਚੋਰ ਨੂੰ ਕੇਵਲ ਤਾੜਨਾ ਕਰਕੇ ਹੀ ਮਾਫੀ ਦੇ ਕੇ ਛੱਡਣਾ। ਆਦਿਕ ਵਾਰਤਾ ਨੂੰ ਸਾਰੀਆਂ ਸੰਗਤਾਂ ਯਾਦ ਕਰਕੇ ਆਪ ਦਾ ਜਸ ਕਰਦੀਆਂ ਘਰਾਂ ਨੂੰ ਤੁਰ ਪਈਆਂ। ਗੁਲਾਬ ਰਾਏ ਨਾਲ ਪੱਗ ਵੱਟ ਜਾਣੀ। ਵਿਆਹ ਤੋਂ ਪਿੱਛੋਂ ਜਦ ਜਾਂਜੀ ਮੇਲ ਤੁਰ ਗਿਆ ਤਾਂ ਗਰਮੀ ਦੀ ਰੁੱਤ ਹੋਣ ਕਰਕੇ ਸਤਿਗੁਰੂ ਜੀ ਸਤਲੁਜ ਦਰਿਆ ਤੇ ਆਪਣੇ ਸਾਥੀਆਂ ਨਾਲ ਇਸ਼ਨਾਨ ਕਰਨ ਗਏ। ਪਾਣੀ ਵਿੱਚ ਆਮੋ ਸਾਹਮਣੇ ਸਿੱਟੇ ਮਾਰ ਮਾਰ ਕੇ ਖੇਡਣ ਵਾਸਤੇ
सतगुरु जी ने दो टोलियां बना लईਆਂ। एक टोली दे मोरी आप बन गए ते दूसरे दे गुलाबे राय नूं बना दिता। दो टोलियां बना लियां। इस तरह जद एक दूजे नूं हार देण वास्ते एक दूजे उत्ते पानी दे छिट्टे मारदे आ, दोहां हत्थां नाल जोर जोर दी मारन लग गए। तां आप जी दे जोर दे छिट्टियां नाल व्याकुल होके गुलाब राय भज के पानी विचों बाहर निकल गया। बाहर दरी उत्ते जिथे सारियां ने कपड़े उतार के रखे हुए सन, उत्थे गुलाब राय जिस दियां अखां पानी दी मार नाल चुंदियां गईयां, अखां दे विच बड़ा जोर दी जद सतगुरु कलगीधर ने पानी मारिया, अखां दे विच बड़ा जबरदस्त जोर दी लग्या। काली नाल अपनी पग दे भुलेखे सतगुरु जी दी पग सिर दे उत्ते रख लई। पिछों संगो दास ने भज्जे जांदे नूं वेख के उच्ची आवाज नाल कहा, गुलाब राय तेरे सिर दे उत्ते पग सतगुरु जी दी है, तू अपनी पग आण के पछाण के लै ते सतगुरु जी दी पग रख जा। अपने सिर तो उतारन लगे तां सतगुरु जी ने हस के आख्या, हुण यही पग सिर उत्ते रहन दे, उतारन दी लोड़ नहीं। एक समा ऐसा आवेगा कि तू गुरियाई दी पग प्राप्त करेगा। आखो सतनाम। महाराज जी ने वचन किया, कहते रहन दे हुण सिर ते उत्ते, सिर दे उत्ते बन के रख। एक दिन ऐसा आएगा कि तू गुरियाई दी पग प्राप्त करेगा। हुण ये पग तेरे ही जोग है, ये किसे समय तेनू उच्ची पदवी देवेगी। गुलाब राय नूं बख्शिश, गुलाब राय नूं गुरबख्श साधु ने श्राप देना। श्री गुरु तेग बहादुर महाराज जी दे स्थान ते धूप दीप दी सेवा वास्ते सतगुरु जी ने आनंदपुर त्यागण समय एक गुरबख्श साधु नूं छड्ड गए सन। जिहड़ा आनंदपुर साहिब छड्डिया ना सतगुरु कलगीधर पातशाह जी ने, उत्थे एक गुरबख्श साधु नूं छड्ड गए सन। इसने एक दिन गुलाब राय नूं गुरु अस्थान उत्ते बैठा वेख के आख्या कि तुसी इस स्थान उत्ते ना बैठिया करो, ये सत्कार करन योग है, किसी दूसरी जगह बैठ के पूजा कर लिया करो। पर गुरबख्श दी यह गल गुलाब राय नूं बुरी लगी, जिस करके उसनूं क्रोध नाल आख्या कि तैनू इन्हां गल्लां दी की खबर है, तू तां फकीर है, पीरी दा की पता है। गुलाब राय दी इस तर्क नाल गुरबख्श नूं साधु नूं गुस्सा आ गया। उसने कहा, तू संतानहीन ही कुछ दिन विच चलिया जाएगा, पीछे तेरे कुछ नहीं रहेगा। सो ऐसा ही होया, गुलाब राय संतानहीन ही इस संसार तो चलिया गया। आनंदपुर अपना वारस कोई ना छड्ड गया। अगे सतगुरु जी ने रिस दा उधार करना। जिथे साधु वाहिगुरु, जिथे गुरु जी जीवां दा पार उतारा करते ने प्यारे, उथे महाराज जी कहते पशु प्रेत मुग्ध पाथर को तारै,
ਉਹ ਪਸ਼ੂਆਂ ਨੂੰ ਵੀ, ਉਹ ਪੱਥਰਾਂ ਨੂੰ ਵੀ, ਉਹ ਮੁਗਧਾਂ ਨੂੰ ਵੀ, ਉਹ ਮੂਰਖਾਂ ਨੂੰ ਵੀ ਸਤਿਗੁਰੂ ਜੀ ਤਾਰ ਦਿੰਦੇ ਨੇ। ਆਖੋ ਸਤਿਨਾਮ। ਰਿਸ ਦਾ ਉਧਾਰ ਕਰਨਾ। ਹੁਣ ਆਨੰਦਪੁਰ ਸਾਹਿਬ ਵਿੱਚ ਸਤਿਗੁਰੂ ਜੀ ਰੋਜ਼ ਦੀਵਾਨ ਲਾਉਂਦੇ ਸਨ। ਮਨੋ ਕਾਮਨਾ ਦੇ ਅਭਿਲਾਖੀ ਆਉਂਦੇ, ਦਰਸ਼ਨ ਕਰਦੇ, ਉਪਦੇਸ਼ ਸੁਣਦੇ ਤੇ ਆਪਣਾ ਜੀਵਨ ਸਫਲ ਕਰਦੇ। ਇੱਕ ਦਿਨ ਸਤਿਗੁਰੂ ਜੀ ਸੰਗਤ ਵਿੱਚ ਸੁਭਾਵਕ ਹੀ ਬੈਠੇ ਇਸ ਤਰ੍ਹਾਂ ਸੋਭ ਰਹੇ ਸਨ ਜਿਵੇਂ ਤਾਰਿਆਂ ਵਿੱਚ ਚੰਦ ਸੁਭਾਇਮਾਨ ਹੁੰਦਾ। ਇਸ ਸਮੇਂ ਇੱਕ ਕਲੰਦਰ ਰਿਸ ਦਾ ਤਮਾਸ਼ਾ ਕਰਨ ਵਾਲਾ ਇੱਕ ਬੜਾ ਭਾਰੀ ਰਿਸ ਲੈ ਕੇ ਆ ਗਿਆ। ਉਸਨੇ ਸਤਿਗੁਰੂ ਜੀ ਦੇ ਸਾਹਮਣੇ ਰਿਸ ਨਾਲ ਘੋਲ ਕਰਨਾ ਆਰੰਭ ਕਰ ਦਿੱਤਾ। ਆਮੋ ਸਾਹਮਣੇ ਹੋ ਕੇ ਲੋਕਾਂ ਨੂੰ ਹਸਾਉਣ ਵਾਸਤੇ ਤੇ ਸਤਿਗੁਰੂ ਜੀ ਦੀ ਪ੍ਰਸੰਨਤਾ ਕਰਨ ਵਾਸਤੇ, ਸਤਿਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ ਜਦ ਕਲੰਦਰ ਰਿਸ ਨਾਲ ਜੱਫੀ ਗੜਫੀ ਹੋਇਆ ਤਾਂ ਭਾਈ ਕੀਰਤੀਆ ਸਤਿਗੁਰੂ ਜੀ ਨੂੰ ਦਾ ਚੌਰ ਬਰਦਾਰ ਸੀ। ਭਾਈ ਕੀਰਤੀਆ ਸਤਿਗੁਰੂ ਜੀ ਦਾ ਚੌਰ ਬਰਦਾਰ ਸੀ। ਮਹਾਰਾਜ ਜੀ ਨੂੰ ਚੌਰ ਕਰ ਰਿਹਾ ਸੀ। ਤਾਂ ਗੁਰਮੁਖ ਪਿਆਰਿਓ, ਰਿਸ ਨੂੰ ਵੇਖ ਕੇ ਬੜਾ ਹੱਸਿਆ ਭਾਈ ਕੀਰਤੀਆ ਅਤੇ ਕਹਿਣ ਲੱਗਾ, ਐਡਾ ਵੱਡਾ ਰਿਸ ਕਲੰਦਰ ਦੇ ਕਾਬੂ ਕਿਸ ਤਰ੍ਹਾਂ ਆ ਗਿਆ? ਇਹਦੀ ਕਿਹੜੇ ਪਾਪ ਕਰਕੇ ਇਹ ਗਤੀ ਹੋਈ ਹੈ? ਇਹ ਗੱਲ ਭਾਈ ਕੀਰਤੀਏ ਦੀ ਸੁਣ ਕੇ ਸਤਿਗੁਰੂ ਜੀ ਹੱਸ ਕੇ ਬੋਲੇ। ਭਾਈ ਕੀਰਤੀਏ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਹੱਸ ਕੇ ਬੋਲੇ, ਉਹ ਭਾਈ ਕੀਰਤੀਆ, ਤੂੰ ਨਾ ਹੱਸ। ਮਹਾਰਾਜ ਜੀ ਮੈਂ ਕਿਉਂ ਨਾ ਹੱਸਾਂ? ਸਾਰੇ ਹੱਸ ਰਹੇ ਨੇ, ਸਾਰੇ ਖੁਸ਼ ਹੋ ਰਹੇ ਨੇ ਕਲੰਦਰ ਨੂੰ ਦੇਖ ਕੇ, ਰਿਸ ਨੂੰ ਦੇਖ ਕੇ। ਮਹਾਰਾਜ ਜੀ ਕਹਿੰਦੇ ਤੂੰ ਨਾ ਹੱਸ। ਕਿਉਂ ਮਹਾਰਾਜ? ਮਹਾਰਾਜ ਜੀ ਕਹਿੰਦੇ ਇਹ ਰਿਸ ਪਿਛਲੇ ਜਨਮ ਵਿੱਚ ਤੇਰਾ ਪਿਓ ਸੀ। ਆਖੋ ਸਤਿਨਾਮ। ਇਹ ਪਿਛਲੇ ਜਨਮ ਦੇ ਵਿੱਚ ਤੇਰਾ ਪਿਓ ਸੀ। ਭਾਈ ਕੀਰਤੀ ਦੇ ਹੱਥੋਂ ਚੌਰ ਸਾਹਿਬ ਸੁੱਟ ਗਿਆ। ਇੱਕ ਵੱਡੇ ਪਾਪ ਕਰਕੇ ਇਸ ਨੇ ਰਿਸ ਦੀ ਜੂਨ ਪਾਈ ਹੈ। ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਭਾਈ ਕੀਰਤੀ ਅਤੇ ਹੋਰ ਸਿੱਖ ਬੜੀ ਹੈਰਾਨ ਹੋਏ। ਭਾਈ ਕੀਰਤੀਏ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀਓ, ਮੇਰੇ ਪਿਤਾ ਤਾਂ ਸਦਾ ਆਪ ਜੀ ਦੇ ਪਿਤਾ ਦੀ ਸੇਵਾ ਕਰਦੇ, ਅਰਦਾਸ ਕਰਦੇ ਤੇ ਕੜਾਹ ਪ੍ਰਸਾਦ ਵਰਤਾਉਂਦੇ ਸੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਕਰਕੇ ਹਜ਼ਾਰਾਂ ਸਿੱਖਾਂ ਦੀ ਕਲਿਆਣ ਹੋਈ ਹੈ, ਉਹਨਾਂ ਦੀ ਸੇਵਾ ਵੀ ਮੇਰਾ ਪਿਤਾ ਕਰਦਾ ਰਿਹਾ। ਜੇ ਮੇਰੇ ਪਿਤਾ ਨੂੰ ਗੁਰੂ ਦੀ ਸੇਵਾ ਦਾ ਇਹ ਫਲ ਮਿਲਿਆ ਤਾਂ ਮਨੁੱਖ ਤੋਂ ਰਿਸ ਜੂਨੀ ਪਾਈ ਹੈ, ਤਾਂ ਫਿਰ ਮੈਨੂੰ ਤੁਹਾਡੀ ਸੇਵਾ ਕਰਨ ਦਾ ਕੀ ਫਾਇਦਾ ਹੈ? ਭਾਈ ਕੀਰਤੀਆ ਕਹਿੰਦਾ, ਜੇ ਮੇਰੇ ਪਿਤਾ ਨੂੰ ਸੇਵਾ ਕਰਕੇ ਇਹ ਮਨੁੱਖਾ ਵਾਹਿਗੁਰੂ ਇਸ ਰਿਸ ਦੀ ਜੂਨ ਮਿਲੀ ਹੈ, ਫਿਰ ਮੈਨੂੰ ਤੁਹਾਡੀ ਸੇਵਾ ਕਰਨ ਦਾ ਕੀ ਫਾਇਦਾ? ਮੈਨੂੰ ਤਾਂ ਫਿਰ ਕਹਿੰਦਾ ਬਾਂਦਰ ਦੀ ਜੂਨੇ ਮਿਲੇਗੀ। ਤੁਹਾਡੀ ਸੇਵਾ ਤਾਂ ਮੁਕਤ ਪਦ ਲੈਣ ਵਾਸਤੇ ਕੀਤੀ ਜਾਂਦੀ ਹੈ, ਮੁਕਤ ਹੋਣ ਵਾਸਤੇ ਕੀਤੀ ਜਾਂਦੀ ਆ। ਪਰੰਤੂ ਜੇ ਇਸ ਦਾ ਉਲਟਾ ਹੀ ਫਲ ਮਿਲਣਾ ਹੈ
ਤਾਂ ਕੋਈ ਵੀ ਸਿੱਖ ਅਦਮ ਗਤੀ ਤੋਂ ਡਰਦਾ ਤੁਹਾਡੀ ਸੇਵਾ ਨਹੀਂ ਕਰੇਗਾ। ਆਖੋ ਸਤਨਾਮ। ਇਸ ਕਰਕੇ ਆਪ ਜੀ ਦਾ ਇਸ ਕਰਕੇ ਆਪ ਜੀ ਇਹਦਾ ਕਾਰਨ ਦੱਸੋ। ਮੇਰੇ ਪਿਤਾ ਨੂੰ ਰਿਸ ਦੀ ਜੂਨ ਕਿਉਂ ਮਿਲੀ ਹੈ ਅਤੇ ਫਿਰ ਇਸ ਜੂਨ ਵਿੱਚੋਂ ਛੁਟਕਾਰਾ ਕਰਨ ਦੀ ਕਿਰਪਾਲਤਾ ਕਰੋ। ਸਤਿਗੁਰੂ ਜੀ ਨੇ ਫਰਮਾਇਆ, ਕਹਿੰਦੇ ਸੁਣ ਭਾਈ ਕੀਰਤੀਆ, ਸੁਣ ਭਾਈ ਕੀਰਤੀਆ, ਤੇਰੇ ਪਿਤਾ ਨੇ ਇਸ ਕਾਰਨ ਇਹ ਜੂਨ ਪਾਈ ਹੈ ਕਿ ਇੱਕ ਦਿਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਿਸ ਸਮੇਂ ਤੇਰਾ ਪਿਤਾ ਸੰਗਤ ਵਿੱਚ ਕੜਾਹ ਪ੍ਰਸਾਦ ਵਰਤਾ ਰਿਹਾ ਸੀ, ਉਸ ਸਮੇਂ ਇੱਕ ਸਿੱਖ ਗੁੜ ਦਾ ਗੱਡਾ ਲੱਦ ਕੇ ਉੱਥੋਂ ਲੰਘ ਰਿਹਾ ਸੀ। ਗੁੜ ਦਾ ਗੱਡਾ ਲੱਦ ਕੇ ਇੱਕ ਜ਼ਿਮੀਂਦਾਰ ਗੁਰਸਿੱਖ ਲੰਘ ਰਿਹਾ ਸੀ। ਉਸਨੇ ਗੁਰੂ ਜੀ ਦੀ ਸੰਗਤ ਵਿੱਚ ਕੜਾਹ ਪ੍ਰਸਾਦ ਵਰਤਦਾ ਵੇਖਿਆ। ਉਹ ਅਤ ਸਰਧਾ ਦੇ ਨਾਲ, ਬੜੀ ਸਰਧਾ ਦੇ ਨਾਲ, ਪ੍ਰੇਮ ਨਾਲ ਗੱਡਾ ਖੜਾ ਕਰਕੇ ਗੁਰੂ ਕਾ ਪ੍ਰਸਾਦ ਲੈਣ ਵਾਸਤੇ ਆਇਆ। ਛੇਤੀ ਪ੍ਰਸਾਦ ਲੈਣ ਵਾਸਤੇ ਉਹ ਸਿੱਖ ਦੋਵੇਂ ਹੱਥ ਜੋੜ ਕੇ ਤੇਰੇ ਪਿਤਾ ਦੇ ਸਾਹਮਣੇ ਹੋਇਆ। ਸਿੱਖ ਦੇ ਮੂੰਹ ਤੇ ਦਾੜੀ ਉੱਤੇ ਰਸਤੇ ਦੀ ਬਹੁਤ ਧੂੜ ਪਈ ਹੋਈ ਸੀ, ਗਰਦਾ ਪਿਆ ਸੀ ਕੱਪੜਿਆਂ ਤੇ, ਦਾੜੇ ਤੇ। ਤੇਰੇ ਪਿਤਾ ਨੇ ਉਸ ਨੂੰ ਘਿਰਨਾ ਨਾਲ ਵੇਖ ਕੇ ਉਹਦੇ ਹੱਥਾਂ ਤੇ ਪ੍ਰਸਾਦ ਨਾ ਰੱਖਿਆ, ਪ੍ਰਸਾਦ ਨਾ ਦਿੱਤਾ ਤੇ ਹੋਰ ਪਾਸੇ ਵਰਤਾਉਂਦਾ ਰਿਹਾ। ਪਰ ਸਿੱਖ ਨੇ ਫੇਰ ਉਸ ਅੱਗੇ ਦੂਸਰੇ ਪਾਸੇ ਹੋ ਕੇ ਜਦ ਪ੍ਰਸਾਦ ਲੈਣ ਵਾਸਤੇ ਹੱਸ ਕੇ ਬੇਨਤੀ ਕੀਤੀ ਤਾਂ ਤੇਰੇ ਪਿਤਾ ਨੇ ਬੜੇ ਕ੍ਰੋਧ ਨਾਲ ਕਿਹਾ, ਕਹਿੰਦੇ ਉਹ ਬਹਿ ਜਾ, ਕਹਿੰਦੇ ਮੂਰਖਾ, ਕਿਉਂ ਰਿਸ ਵਾਂਗੋ ਟੱਪਦਾ, ਕਿਉਂ ਰਿਸ ਵਾਂਗੋ ਟੱਪਦਾ ਫਿਰਦਾ ਹੈ। ਪਿੱਛੇ ਹੋ ਕੇ ਖੜਾ ਰਹੋ, ਬਾਰੀ ਸਿਰ ਪ੍ਰਸਾਦ ਮਿਲ ਜਾਏਗਾ। ਤੇਰੇ ਪਿਤਾ ਦੀ ਇਹ ਗੱਲ ਸੁਣ ਕੇ ਉਸ ਸਿੱਖ ਨੇ ਸ਼ਰਮ ਨਾਲ ਅੱਖਾਂ ਨੀਵੀਆਂ ਕੀਤੀਆਂ ਤੇ ਪ੍ਰਸਾਦ ਦਾ ਇੱਕ ਕਿਣਕਾ ਧਰਤੀ ਉੱਤੋਂ ਡਿੱਗਿਆ ਹੋਇਆ ਚੁੱਕ ਕੇ ਬੜੀ ਸਰਧਾ ਨਾਲ ਮੂੰਹ ਵਿੱਚ ਪਾ ਲਿਆ ਅਤੇ ਵਾਹਿਗੁਰੂ ਆਖ ਕੇ ਤੇਰੇ ਪਿਤਾ ਨੂੰ ਇਉਂ ਸ਼ਰਾਪ ਦਿੱਤਾ ਕਿ ਹੇ ਗੁਰੂ ਦੇ ਪ੍ਰਸਾਦ ਵਰਤਾਵੇ, ਤੈਨੂੰ ਗੁਰਸਿੱਖੀ ਦਾ ਲੇਸ ਮਾਤਰ ਵੀ ਅਸਰ ਨਹੀਂ ਹੈ। ਤੂੰ ਗੁਰੂ ਕਾ ਪ੍ਰਸਾਦ ਲੈਣ ਆਏ ਇੱਕ ਗੁਰਸਿੱਖ ਨੂੰ ਰਿਸਾ ਆਖਿਆ, ਗੁਰੂ ਕਾ ਪ੍ਰਸਾਦ ਲੈਣ ਆਏ ਸਿੱਖ ਨੂੰ ਤੂੰ ਰਿਸ ਆਖਿਆ। ਇਸ ਕਰਕੇ ਤੈਨੂੰ ਰਿਸ ਦੀ ਜੂਨੀ ਹੀ ਪ੍ਰਾਪਤ ਹੋਏਗੀ। ਆਖੋ ਸਤਨਾਮ। ਇਸ ਕਰਕੇ ਤੈਨੂੰ ਰਿਸ ਦੀ ਜੂਨੀ ਹੀ ਪ੍ਰਾਪਤ ਹੋਏਗੀ। ਇਸ ਸਿੱਖ ਦੇ ਸ਼ਰਾਪ ਉਪਰੰਤ ਜਦ ਆਪਣੀ ਆਜੂ ਉਮਰ ਬਤੀਤ ਕਰਕੇ ਤੇਰਾ ਪਿਤਾ ਨੇ ਮਨੁੱਖੀ ਸਰੀਰ ਛੱਡਿਆ ਤਾਂ ਉਸ ਨੂੰ ਰਿਸ ਦੀ ਜੂਨ ਪ੍ਰਾਪਤ ਹੋਈਆ। ਉਸ ਵਕਤ ਅਜੇ ਇਹ ਛੋਟਾ ਹੀ ਸੀ। ਇਸ ਕਲੰਦਰ ਨੇ ਫੜ ਲਿਆ ਤੇ ਹਮੇਸ਼ਾ ਕਰਕੇ ਇਸ ਨੂੰ ਆਪਣੀ ਰੋਜੀ ਦਾ ਜਰੀਆ ਬਣਾ ਲਿਆ। ਸਤਿਗੁਰੂ ਜੀ ਤੋਂ ਇਹ ਵਰਤਾਂਤ ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ ਤੇ ਭਾਈ ਕੀਰਤੀਏ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਜੀ
तुसां जो फरमाया है सच है, अपने सिख दी इस जूनी तो खलासी करो। हुण इहदी हुण बंद खलासी कर दिओ, इनू माफ कर दिओ, इहदा रिस दी जुन्नी तो छुटकारा कर दिओ। तुहाडा नाम पतित पावन है, जो अनेक दोषां नूं दूर करन वाले हों। भाई कीरतीए सिख दी बेनती प्रवान करके सतगुरु जी ने 200 रुपये दे के कलंदर तो रिस मुल ले लिया। दूसरे दिन सतगुरु जी ने इकत्तरता 200 रुपये का कड़ा प्रसाद कराया, उस पर अरदास की ते फिर थोड़ा जिहा अपना शीतल प्रसाद उस रिस दे मूँह विच पाया, जिस दे खाण नाल तत्सीन ही रिस मर के उत्तम गति नूं प्राप्त हो गया। खो सतनाम। इसे करके सतगुरु जी उद्धार करते ने। पशु प्रेत मुग्ध पाथर को तारे, ओ पशुआ नूं, ओ प्रेतां नूं, ओ मूर्खां नूं, ओ मुग्धां नूं सतगुरु जी तारदे ने। आखो सतनाम। हुण सतगुरु की बाणी भी भाई तारदी है, पशुओं नूं भी तारदी है, प्रेतां नूं भी तारदी है, मुग्धां नूं भी तारदी है। मुग्ध कहंदे ने मूर्खां नूं। तुसीं कहोगे जी पशुओं नूं किवें तारदी है गुरु नानक की बाणी, महाराज की बाणी? भी पशु तो सत संगत च आउंदी नहीं। प्रेत किवें तारदी है? प्रेत संगत विच किवें आ सकदे ने? गुरुद्वारा साहिब दे विच अंदर किवें आ सकदे ने? गुरु दे चरनां विच नहीं आ सकदे प्रेत। ना पशु आ सकदे ने, ना मूर्ख आ सकदे ने। पशु प्रेत मूर्ख ये गुरु दी चरनां दे विच नहीं आ सकदे। जे आ गए भुल के ना तुसीं ने फड़ के डंडे मार के बाहर कढ देना। वो फिर उन्हों किवें तरदे ने, किवें उन्हां दा उद्धार हुंदा? उन्हां दा उद्धार हुंदा जिहड़ा उपर स्पीकर चल रहे ने ना बाहर, स्पीकरां दे राही जिथे तक आवाज़ जांदी आ, जिथे तक स्पीकर दी आवाज़ जांदी आ, उत्थे जो भी पशु पंछी भूत प्रेत मुग्ध मूर्ख उन्हां दे बाणी कन्नां दे विच पैंदी आ। उन्हां दा उद्धार वो बाणी दी आवाज़ नाल हुंदा। आखो सतनाम। एवें नहीं महाराज ने कहा भी पशु प्रेत मुग्ध पाथर को तारे। गुरु नानक देव महाराज की बाणी पशुआं ते पत्थरां नूं, मूर्खां नूं, पंछियां नूं तार दिंदी। आखो सतनाम। ये ना ख्याल कर लियो भी किते जिहड़े पंछी ने वो बाणी नहीं सुनते, सुनते ने। ये ना ख्याल कर लियो जिहड़े साडे घरां दे विच पशु खड़े ने कि वो बाणी नहीं सुनते, सुनते ने। ये ना ख्याल कर लियो किते कुत्ते बिल्ले जिन्ने भी जीव जंत ने गुरबाणी नहीं सुनते, वो सब सुनते ने। उन्हां दे कन्नां दे विच बाणी पैंदी आ। इस करके उन्हां दा उद्धार होके उन्हां नूं भी मनुखा जन्म प्राप्त हो जाता है। आखो सतनाम। जिहड़े सुनते ने, जिहड़े सुनते ने उन्हां दी गल आ, उन्होंने सुनते ने ध्यान दे नाल, हिरदे विच बसाउंदे ने, उन्होंने सतगुरु जी मनुखा जन्म दे दिंदे ने। आखो सतनाम। असी भी सारे जिन्ने असी आए हाँ पशु प्रेतां दी जूनां दे विचों सारियां 84 लख जून, एक घट 84 लख जून भोग के अज सानू मनुखा जन्म मिले। आखो सतनाम। माफ कर दिओ कई मनुखा जन्म धारण करके भी गुरबाणी नहीं सुन सकते, गुरु की कथा नहीं सुन सकते, गुरु की बाणी की स्पीकर की आवाज़ नहीं चंगी लगती। उन्हां दा पार उतारा किवें होएगा? आखो सतनाम। कारण की है? ज्ञान नहीं है। जिस दिन ज्ञान हो गया उस दिन बंदा गुरु की बाणी नूं सरदा भावना दे नाल सुनेगा ते सुन के गुरु की बाणी नूं मन्नेगा। जदों गुरु की बाणी नूं मन्नेगा ते सतगुरु जी ने बहुत वड्डियां वड्डियां अपार बख्शिशां
ਰਹਿਮਤਾਂ ਕਿਰਪਾ ਕਰ ਦੇਣੀਆਂ ਨੇ। ਇਸ ਕਰਕੇ ਭਾਈ ਗੁਰਾਂ ਦੀ ਬਾਣੀ ਉਹ ਪਸ਼ੂਆਂ ਨੂੰ ਵੀ, ਉਹ ਪ੍ਰੇਤਾਂ ਨੂੰ ਵੀ, ਉਹ ਮੂਰਖਾਂ ਨੂੰ ਵੀ, ਉਹ ਪੰਛੀਆਂ ਨੂੰ ਵੀ, ਉਹ ਸਾਰੇ ਜੀਵਾਂ ਨੂੰ ਤਾਰਦੀ ਹੈ। ਆਖੋ ਸਤਨਾਮ। ਹੁਣ ਗੁਰੂ ਜੀ ਦਾ ਨਿਤ ਕਰਮ, ਰੋਜ਼ ਗੁਰੂ ਜੀ ਦਾ ਨਿਤ ਕਰਮ ਕੀ ਕਰਦੇ ਸੀ ਮਹਾਰਾਜ ਜੀ? ਹੁਣ ਸੁਣਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਕੀ ਸੀ? ਮਹਾਰਾਜ ਜੀ ਕੀ ਕਰਦੇ ਸੀ? ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਰੋਜ਼ ਇਸ਼ਨਾਨ ਕਰਕੇ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਿੱਚ ਲੀਨ ਹੋ ਜਾਂਦੇ। ਰੋਜ਼ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ। ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ, ਵਾਹਿਗੁਰੂ 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 ਵਾਹਿਗੁਰੂ, ਰੋਜ਼ ਇਸ ਤਰ੍ਹਾਂ ਜਾਪ ਕਰਦੇ। ਕੀ ਕਹਿੰਦੇ? ਸਾਜਰੇ ਉੱਠ ਕੇ ਕੀ ਕਰਨਾ? ਇੰਨਾ ਕਿਹੜਾ ਡੰਗਰਾਂ ਨੂੰ ਕੱਖ ਪਾਉਣੇ? ਅਗਲਾ ਕਹਿੰਦਾ ਗੱਲਾਂ ਹੀ ਆਮ ਹੁੰਦੀਆਂ ਨਾ ਘਰਾਂ 'ਚ ਵੀ ਸਾਜਰੇ ਉੱਠ ਕੇ ਕੀ ਕਰਨਾ, ਕਿਹੜਾ ਆਪਾਂ ਨੇ ਡੰਗਰਾਂ ਨੂੰ ਕੱਖ ਪਾਣੇ ਨੇ। ਸਾਜਰੇ ਉੱਠ ਕੇ ਭਾਈ ਜੋ ਅਸੀਂ ਪਰਮੇਸ਼ਰ ਦੇ ਨਾਲ ਵਾਅਦਾ ਕਰਕੇ ਆਏ ਆ, ਹੇ ਵਾਹਿਗੁਰੂ ਪਰਮੇਸ਼ਰ ਇੱਕ ਵਾਰ ਸੰਸਾਰ ਦੇ ਉੱਤੇ ਭੇਜ ਦੇ ਤੇ ਤੇਰਾ ਸਵਾਸ ਸਵਾਸ ਨਾਮ ਜਪਾਂਗੇ। ਆਹ ਕਰਨ ਵਾਸਤੇ ਅਸੀਂ ਆਏ ਆ। ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਵਾਸਤੇ, ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ। ਮਹਾਰਾਜ ਜੀ ਕਹਿੰਦੇ ਜੋ ਗੁਰ ਕਾ, ਜੋ ਸਤਿਗੁਰ ਕਾ ਸਿੱਖ ਖਾਏ, ਭਲ ਕੇ ਉੱਠ ਹਰ ਨਾਮ ਧਿਆਵੈ। ਜਿਹੜਾ ਗੁਰੂ ਦਾ ਸਿੱਖਾ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਇਸ਼ਨਾਨ ਕਰਕੇ ਨਾਮ ਦਾ ਸਿਮਰਨ ਕਰੇ। ਮਹਾਰਾਜ ਜੀ ਕਹਿੰਦੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ। ਫਿਰ ਜਦੋਂ ਦਿਨ ਜਾ ਚੜ ਜਾਂਦਾ ਨਾ, ਫਿਰ ਗੁਰਬਾਣੀ ਦਾ ਜਾਪ ਕਰੇ, ਨਿਤਨੇਮ ਕਰੇ। ਫਿਰ ਉਸ ਤੋਂ ਬਾਅਦ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਮਹਾਰਾਜ ਜੀ ਕਹਿੰਦੇ ਬਹਿੰਦਿਆਂ ਉੱਠਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਵੇ। ਇਹ ਸਾਡੇ ਲਈ ਹੁਕਮ ਆ ਸਤਿਗੁਰੂ ਮਹਾਰਾਜ ਜੀਆਂ ਦਾ। ਤਾਂ ਗੁਰਮੁਖ ਪਿਆਰਿਓ, ਵਿਚਾਰ ਚੱਲ ਰਹੀ ਸੀ। ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਰੋਜ਼ ਇਸ਼ਨਾਨ ਕਰਕੇ ਵਾਹਿਗੁਰੂ ਕਾਲ ਪੁਰਖ ਦੀ ਯਾਦ ਵਿੱਚ ਲੀਨ ਹੋ ਜਾਂਦੇ। ਦਿਨ ਚੜੇ, ਦੀਵਾਨ ਸਜਦਾ, ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਜਿਹਦੇ ਭੋਗ ਉਪਰੰਤ ਆਪ ਜੀ ਆਈਆਂ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦਿੰਦੇ ਅਤੇ ਬਾਹਰੋਂ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਦਰਸ਼ਨ ਦੇ ਕੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ। ਫਿਰ ਪ੍ਰਸਾਦ ਛਕ ਕੇ ਆਰਾਮ ਕਰਨ ਵਾਸਤੇ ਆਪਣੇ ਮਹਿਲਾਂ ਦੇ ਵਿੱਚ ਚਲੇ ਜਾਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਸਤਿਗੁਰੂ ਜੀ ਸਿੱਖ ਸੇਵਕਾਂ ਦੀਆਂ ਮਨੋਕਾਮਨਾ ਤੇ ਕਲਿਆਣ ਕਰਨ ਦਾ ਕੋਈ ਨਾ ਕੋਈ ਨਿਤ ਹੀ ਨਵਾਂ ਕੌਤਕ ਕਰਦੇ ਰਹਿੰਦੇ। ਆਪ ਜੀ ਦਾ ਸਰੀਰ ਬਲਵਾਨ ਹੋ ਰਿਹਾ ਸੀ, ਸ਼ਾਸਤਰ ਵਿਦਿਆ ਦਾ ਬਹੁਤ ਅਭਿਆਸ ਕਰਦੇ ਰਹਿੰਦੇ। ਬਾਹਰ ਜੰਗਲ ਵਿੱਚ ਜਾ ਕੇ ਨਿਸ਼ਾਨਾਬਾਜ਼ੀ, ਘੋੜੇ ਭਜਾਉਣੇ ਤੇ ਤੀਰ ਚਲਾਉਣੇ ਆਦਿਕ ਆਪ ਜੀ ਦਾ ਸਭ ਤੋਂ ਪਹਿਲਾ ਨਿਤਾ ਪ੍ਰਤੀ ਕਰਮ ਸੀ। ਕਾਰੀਗਰਾਂ ਨੂੰ ਸੱਦ ਕੇ ਉਹਨਾਂ ਪਾਸੋਂ ਬੜੇ ਤਿੱਖੇ ਤੀਰ, ਤਲਵਾਰਾਂ, ਬਰਸੇ, ਕਟਾਰਾਂ ਆਦਿਕ ਬਣਵਾਉਣੇ। ਇਹ ਬਣਵਾਉਂਦੇ ਰਹਿੰਦੇ ਸੀ ਮਹਾਰਾਜ ਜੀ। ਅਨੇਕਾਂ ਕਾਰੀਗਰ ਘਰੋਂ ਹੀ ਵਧੀਆ ਸਾਤਰ ਤਿਆਰ ਕਰਕੇ ਸਤਿਗੁਰੂ ਜੀ ਦੇ ਪਾਸ ਲਿਆ ਕੇ ਵੇਚ ਜਾਂਦੇ ਸਨ। ਮਹਾਰਾਜ ਜੀ ਮੁੱਲ ਖਰੀਦ ਲੈਂਦੇ ਸੀ। ਕਈ ਸਿੱਖ ਸੇਵਕ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਧੀਆ ਹਥਿਆਰ ਬਣਵਾ ਕੇ ਸਤਿਗੁਰੂ ਜੀ ਦੀ ਭੇਟਾ ਕਰਦੇ ਸਨ। ਬਹੁਤ ਵਧੀਆ ਹਥਿਆਰ, ਕੋਈ ਰਾਈਫਲ, ਕੋਈ ਪਿਸਤੌਲ, ਕੋਈ ਤੀਰ ਕਮਾਨ, ਕੋਈ ਤੀਰ, ਕੋਈ ਬਰਸਾ, ਇਸ ਤਰ੍ਹਾਂ ਦੀਆਂ ਸਤਿਗੁਰੂ ਜੀ ਨੂੰ ਭੇਟਾ ਸੰਗਤਾਂ ਕਰਦੀਆਂ ਰਹਿੰਦੀਆਂ ਸਨ। ਮਹਾਰਾਜ ਜੀ ਦੀ ਬੜੀ ਖੁਸ਼ੀ ਪ੍ਰਾਪਤ ਕਰਦੇ ਸੀ।
ਅੱਜ ਦੇ ਲੋਕ ਰੌਲਾ ਪਾਉਂਦੇ ਨੇ, ਜਿਵੇਂ ਨਾ ਅਕਾਲ ਤਖਤ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਉੱਥੇ ਜੀ ਸ਼ਾਸਤਰ ਲੈ ਕੇ ਵਾਗੇ, ਉਹ ਰਫਲਾਂ ਲਈ ਫਿਰਦੇ ਆ। ਉਹ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਖੰਡੇ ਵਟੇ ਦਾ ਅੰਮ੍ਰਿਤ ਨਹੀਂ ਛਕਿਆ। ਉਹ ਗੱਲਾਂ ਕਰਦੇ ਨੇ ਜਿਹੜੇ ਮਨਮੁਖੀ ਲੋਕ ਨੇ ਵੀ ਅਕਾਲ ਤਖਤ ਤੇ ਸ਼ਾਸਤਰ ਲੈ ਕੇ ਵਾਗੇ। ਉਹਨਾਂ ਨੂੰ ਫੜ ਕੇ ਪੁੱਛੇ, ਉਹ ਸਤਿਗੁਰੂ ਮਹਾਰਾਜ ਜੀ ਦੇ ਸਥਾਨਾਂ ਦੇ ਉੱਤੇ ਅਕਾਲ ਤਖਤ ਦੇ ਉੱਤੇ ਗੁਰੂ ਜੀ ਦੀਆਂ ਰਾਈਫਲਾਂ ਵੀ ਪਈਆਂ ਨੇ, ਗੁਰੂ ਜੀ ਦੇ ਤੀਰ ਵੀ ਪਏ ਨੇ, ਗੁਰੂ ਜੀ ਦੀਆਂ ਕਿਰਪਾਨਾਂ ਵੀ ਪਈਆਂ ਨੇ। ਸਪੈਸ਼ਲ ਸ਼ਾਸਤਰਾਂ ਨੂੰ ਸਜਾ ਕੇ ਥੜਾ ਸਾਹਿਬ ਦੇ ਉੱਪਰ ਧੂਪ ਬੱਤੀ ਕੀਤੀ ਜਾਂਦੀ ਹੈ। ਸਤਿਗੁਰੂ ਜੀ ਤਾਂ ਸ਼ਾਸਤਰ ਵਾਲੇ ਸਿੰਘਾਂ ਨੂੰ ਦੇਖ ਕੇ ਖੁਸ਼ ਹੁੰਦੇ ਨੇ, ਜਿਵੇਂ ਮਾਂ ਆਪਣੇ ਪੁੱਤਰ ਨੂੰ ਦੇਖ ਕੇ ਖੁਸ਼ ਹੁੰਦੀ ਹੈ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਸਿੰਘਾਂ ਨੂੰ ਦੇਖ ਕੇ, ਸ਼ਾਸਤਰ ਧਾਰੀ ਜਦੋਂ ਹੁੰਦੇ ਨੇ ਸਿੰਘ, ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਆਖੋ ਸਤਿਨਾਮ। ਮਹਾਰਾਜ ਜੀ ਇਹ ਕਹਿੰਦੇ ਹੁੰਦੇ ਸੀ ਵੀ ਜਿਹੜੇ ਸਾਡੇ ਸਿੱਖ ਨੇ ਉਹ ਸ਼ਾਸਤਰ ਸਜਾ ਕੇ, ਹੱਥ ਦੇ ਵਿੱਚ ਕਿਰਪਾਨ ਫੜ ਕੇ ਪੂਰਾ ਐਨ ਰੋਬ ਸ਼ੋਭ ਦੇ ਨਾਲ ਸਾਡੇ ਕੋਲ ਆਇਆ ਕਰੋ। ਆਖੋ ਸਤਿਨਾਮ। ਉਹਨਾਂ ਨੂੰ ਦੇਖ ਕੇ ਮਹਾਰਾਜ ਜੀ ਖੁਸ਼ ਹੁੰਦੇ ਸੀ। ਤਾਂ ਗੁਰਮੁਖ ਪਿਆਰਿਓ, ਵਧੀਆ ਸ਼ਾਸਤਰ ਬਣਵਾ ਕੇ ਸਤਿਗੁਰੂ ਜੀ ਦੀ ਭੇਟਾ ਕਰਦੇ ਜਾਂਦੇ, ਤੇ ਜਿਹੜਾ ਕੋਈ ਪ੍ਰੇਮ ਨਾਲ ਆਉਂਦਾ ਸੀ ਉਸ ਨੂੰ ਆਪਣੇ ਪਾਸ ਨੌਕਰ ਵੀ ਰੱਖ ਕੇ ਯੁੱਧ ਦੀ ਸਿੱਖਿਆ ਦਾ ਅਭਿਆਸ ਕਰਾਉਂਦੇ। ਘੋੜਿਆਂ ਤੇ ਚੜ੍ਹ ਕੇ ਆਪਣੇ ਯੋਧਿਆਂ ਨਾਲ ਬਾਹਰ ਜਾਂਦੇ, ਹਰਨਾ ਆਦਿਕ ਦਾ ਸ਼ਿਕਾਰ ਕਰਨਾ ਔਰ ਤੀਰਦਾਜੀ ਕਰਨੀ, ਗੋਲੀਆਂ ਦਾ ਨਿਸ਼ਾਨਾ ਕਰਨਾ, ਢਾਲ ਤਲਵਾਰਾਂ ਦਾ ਵਰਤਣਾ, ਘੋੜਿਆਂ ਨੂੰ ਭਜਾ ਕੇ ਯੁੱਧ ਵਿੱਚ ਕੰਮ ਕਰਨਾ ਆਪ ਜੀ ਦਾ ਨਿਤ ਕਰਮ ਸੀ। ਰੋਜ਼ ਇਸ ਤਰ੍ਹਾਂ ਕਰਦੇ। ਸ਼ਿਕਾਰੀ, ਕੁੱਤੇਬਾਜ਼ ਆਦਿਕ ਵੀ ਆਪ ਜੀ ਨੇ ਸ਼ਿਕਾਰ ਖੇਡਣ ਵਾਸਤੇ ਬਹੁਤ ਰੱਖੇ ਹੋਏ ਸਨ। ਇਹ ਨਹੀਂ ਵੀ ਉਹ ਜੀਵਾਂ ਨੂੰ ਮਾਰਦੇ ਸਨ, ਉਹ ਜੀਵਾਂ ਨੂੰ ਮਾਰਦੇ ਨਹੀਂ ਸੀ, ਉਹ ਤਾਂ ਜੀਵਾਂ ਦਾ ਉਧਾਰ ਕਰਦੇ ਸੀ। ਆਖੋ ਸਤਿਨਾਮ। ਉਤਾਰਦੇ ਸੀ। ਜੇ ਕਿਸੇ ਪਸ਼ੂ ਪੰਛੀ ਦਾ, ਜੀਵ ਦਾ ਸ਼ਿਕਾਰ ਕੀਤਾ ਤਾਂ ਕੱਲਾ ਸ਼ਿਕਾਰ ਹੀ ਨਹੀਂ ਕੀਤਾ, ਉਹਦਾ ਉਧਾਰ ਵੀ ਕੀਤਾ। ਆਖੋ ਸਤਿਨਾਮ। ਅੱਗੇ ਕਾਬਲ ਤੋਂ ਤੰਬੂ ਬਣਵਾਇਆ, ਕਾਬਲ ਤੋਂ ਤੰਬੂ ਬਣਵਾਇਆ। ਕਾਬਲ ਦੇ ਵਿੱਚ ਇੱਕ ਮਸੰਦ ਰਹਿੰਦਾ ਸੀ, ਜਿਹੜਾ ਗੁਰੂ ਕੀ ਕਾਰ ਭੇਟਾ, ਬਲਖ ਬੁਖਾਰੇ ਆਦਿਕ ਸ਼ਹਿਰਾਂ ਤੋਂ ਇਕੱਠੀ ਕਰਕੇ ਸਾਲ ਪਿੱਛੋਂ ਗੁਰੂ ਦੀ ਭੇਟਾ ਕਰਨ ਵਾਸਤੇ ਆਨੰਦਪੁਰ ਸਾਹਿਬ ਆਉਂਦਾ ਸੀ। ਇੱਕ ਵਾਰ ਉਸਨੇ ਸਤਿਗੁਰੂ ਜੀ ਦੇ ਹਜ਼ੂਰ ਗਲ ਵਿੱਚ ਪੱਲੂ ਪਾ ਕੇ ਬੇਨਤੀ ਕੀਤੀ। ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਵਾਸਤੇ ਪਸ਼ਮੀਨੇ ਦਾ ਬੜਾ ਸੁੰਦਰ ਤੰਬੂ ਕਾਬਲ ਦੇ ਕਾਰੀਗਰਾਂ ਨੇ ਬਣਵਾਇਆ। ਔਰੰਗਜ਼ੇਬ ਬਾਦਸ਼ਾਹ ਵਾਸਤੇ ਬੜਾ ਕੀਮਤੀ ਤੰਬੂ ਸੀ ਜਿਹੜਾ ਬਣਵਾਇਆ। ਉਸ ਨੂੰ ਵੇਖ ਕੇ ਮੇਰੇ ਚਿੱਤ ਵਿੱਚ ਵਿਚਾਰ ਆਈ ਸੀ ਕਿ ਇਹ ਤੰਬੂ ਸਤਿਗੁਰੂ ਜੀ ਦੇ ਯੋਗ ਹੈ। ਇੰਨਾ ਸੋਹਣਾ ਤੰਬੂ, ਇੰਨਾ ਕੀਮਤੀ ਤੰਬੂ, ਇਹ ਸਤਿਗੁਰੂ ਜੀ ਦੇ ਵਾਸਤੇ ਹੋਣਾ ਚਾਹੀਦਾ। ਸੋ ਜੇਕਰ ਆਪ ਜੀ ਹੁਕਮ ਕਰੋ ਤਾਂ ਮੈਂ ਉਸ ਵਰਗਾ ਤੰਬੂ ਤੁਹਾਡੇ ਵਾਸਤੇ ਬਣਵਾ ਦੇਵਾਂ। ਮਸੰਦ ਸਿੱਖ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਕਿ ਜਾਓ ਕਾਬਲ ਵਿੱਚ ਜਾ ਕੇ ਇੱਕ ਬੜਾ ਚੰਗਾ ਆਪਣੇ ਮਨ ਭਾਉਂਦਾ ਧਨ ਖਰਚ ਕੇ ਤੰਬੂ ਬਣਵਾਓ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਮਸੰਦ ਨੇ ਕਾਬਲ ਵਿੱਚ ਪਹੁੰਚ ਕੇ ਉਸ ਇਲਾਕੇ ਦੇ ਸਿੱਖਾਂ ਦੀ 2 ਸਾਲ ਦੀ ਕਾਰ ਭੇਟਾ, ਜੋ 2.5 ਲੱਖ ਬਣਦੀ ਸੀ। ਜਿਹੜੇ ਸਿੱਖ ਸੀ ਨਾ ਅੱਗੇ, ਉਹ ਕੀ ਕਰਦੇ ਸੀ? ਕਿਉਂਕਿ ਆਨੰਦਪੁਰ ਸਾਹਿਬ ਸਿੱਖਾਂ ਨੂੰ ਜਿਹੜੇ ਦੂਰ ਦੂਰ ਰਹਿੰਦੇ ਸੀ, ਉਹ ਕੀ ਕਰਦੇ ਸੀ? ਸਤਿਗੁਰੂ ਦੇ ਦਰਸ਼ਨ ਛੇਤੀ ਨਹੀਂ ਕਰ ਸਕਦੇ ਸੀ, ਬੜਾ ਲੰਮਾ ਚੱਲ ਕੇ ਆਉਣਾ ਪੈਂਦਾ ਸੀ। ਉਹ ਕੋਈ ਸਾਲ ਪਿੱਛੋਂ, ਕੋਈ 6 ਮਹੀਨਿਆਂ ਪਿੱਛੋਂ ਆਉਂਦਾ।
ਉਹ ਫਿਰ ਜਿਹੜਾ ਦਸਵੰਧ ਹੁੰਦਾ ਸੀ, ਸਤਿਗੁਰੂ ਜੀ ਦੇ ਸਿੱਖ ਜਿਹੜਾ ਦਸਵੰਧ ਕੱਢੀ ਜਾਂਦੇ ਸੀ, ਉਹ ਆਪਣੇ ਘਰੇ ਉਹਨਾਂ ਨੇ ਗੋਲਕਾਂ ਰੱਖੀ ਹੋਈ ਸੀ, ਨਿੱਕੀਆਂ ਨਿੱਕੀਆਂ ਗੋਲਕਾਂ ਦੇ ਵਿੱਚ ਉਹ ਆਪਣਾ ਦਸਵੰਧ ਇਕੱਠਾ ਕਰਕੇ ਰੱਖ ਲੈਂਦੇ ਸੀ। ਉਹ ਜਿਹੜਾ ਇਲਾਕੇ ਦਾ ਦਸਵੰਧ ਇਕੱਠਾ ਕਰਿਆ ਹੋਇਆ ਸੀ ਸੰਗਤਾਂ ਨੇ, ਗੁਰਸਿੱਖਾਂ ਨੇ, ਤਾਂ ਗੁਰਮੁਖ ਪਿਆਰਿਓ ਉਹ ਫਿਰ ਇਕੱਠਾ ਕਰਕੇ ਸਾਰਾ 2.5 ਲੱਖ ਰੁਪਈਆ ਬਣਦਾ ਸੀ। ਇੱਕ ਬਹੁਤ ਸੁਨਹਿਰੀ ਬੇਲ ਬੂਟੇ ਤੇ ਜਰੀਦਾਰ ਸੁਨਹਿਰੀ ਡੋਰਾਂ ਤੇ ਝਾਲਰਾਂ ਵਾਲਾ ਔਰੰਗਜ਼ੇਬ ਦੇ ਤੰਬੂ ਨਾਲੋਂ ਵੀ ਵਧੀਆ, ਜਿਹੜਾ ਔਰੰਗਜ਼ੇਬ ਦਾ ਤੰਬੂ ਸੀ ਉਹਦੇ ਨਾਲੋਂ ਵੀ ਵਧੀਆ, ਜਿਹਦੇ ਉੱਤੇ ਸਿਉਨੇ ਦੀ ਕਢਾਈ ਕੀਤੀ ਹੋਈ ਤੰਬੂ ਦੇ ਉੱਤੇ, ਉਹ ਸਮਿਆਂ ਦੇ ਵਿੱਚ ਗੁਰਮੁਖ ਪਿਆਰਿਓ 2.5 ਲੱਖ ਰੁਪਏ ਦਾ ਤਿਆਰ ਹੋਇਆ। ਔਰ ਬੜਾ ਸੋਹਣਾ ਤੰਬੂ ਔਰੰਗਜ਼ੇਬ ਨਾਲੋਂ ਵੀ ਵਧੀਆ ਤਿਆਰ ਕਰਵਾ ਕੇ 2 ਸਾਲ ਪਿੱਛੋਂ ਆਨੰਦਪੁਰ ਆਣ ਕੇ ਸਤਿਗੁਰੂ ਜੀ ਦੀ ਭੇਟਾ ਕੀਤਾ। 2 ਸਾਲ ਲੱਗ ਗਏ, ਦੇਖ ਲਓ, 2 ਸਾਲ ਪਿੱਛੋਂ ਤੰਬੂ ਉਸ ਹੇਠਾਂ ਸਾਰਾ ਦਿਨ ਸੰਧਿਆ ਤੱਕ ਦਾ ਦੀਵਾਨ ਲੱਗਦਾ ਰਿਹਾ। ਸੰਗਤਾਂ ਵੇਖ ਕੇ ਬਹੁਤ ਸ਼ਲਾਘਾ ਕਰਦੀਆਂ ਤੇ ਬੜੀਆਂ ਖੁਸ਼ ਹੁੰਦੀਆਂ। ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਰਹਿਰਾਸੀ ਦੇ ਪਾਠ ਉਪਰੰਤ ਉਸ ਨੂੰ ਉਤਾਰ ਕੇ ਇਕੱਠਾ ਕਰਕੇ ਤੋਸੇ ਖਾਨੇ ਵਿੱਚ ਰੱਖ ਦਿੱਤਾ ਜਾਂਦਾ। ਬੜਾ ਕੀਮਤੀ ਤੰਬੂ ਸੀ, ਬੜਾ ਕੀਮਤੀ। ਉਹ ਸਮਿਆਂ ਦਾ 2.5 ਲੱਖ ਰੁਪਏ ਦਾ। ਅੱਜ ਤਾਂ ਦੇਖ ਲਓ ਪਤਾ ਨਹੀਂ ਕਿੰਨੇ ਕਰੋੜਾਂ ਰੁਪਏ ਬਣ ਜਾਣੇ ਨੇ ਜੇ ਹਿਸਾਬ ਕਿਤਾਬ ਜਿਹਾ ਲਾਈਏ। ਸਤਿਗੁਰੂ ਜੀ ਰੋਜ਼ ਦੀਵਾਨ ਲਾ ਕੇ ਬੈਠਦੇ ਤੇ ਆਪਣੇ ਉਪਦੇਸ਼ ਦੁਆਰਾ ਸਿੱਖਾਂ ਦੀ ਕਲਿਆਣ ਕਰਦੇ। ਕੋਈ ਨਾ ਕੋਈ ਰੋਜ਼ ਹੀ ਨਵੀਂ ਸੰਗਤ ਆਪ ਜੀ ਦੇ ਦਰਸ਼ਨ ਪਰਸਨਾਂ ਵਾਸਤੇ ਆਉਂਦੀ ਰਹਿੰਦੀ। ਇੱਕ ਦਿਨ ਲਾਹੌਰ ਦੀ ਸੰਗਤ ਕੁਮਰਾਬ ਖੱਤਰੀ ਰਾਮ ਸਰਨ ਆਇਆ। ਉਸਨੇ ਆਪਣੀ ਲੜਕੀ ਜਿਹਦਾ ਨਾਮ ਸੁੰਦਰੀ ਸੀ, ਪਹਿਲਾਂ ਜਿਹੜਾ ਵਿਆਹ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਉਹ ਮਾਤਾ ਜੀਤਾਂ ਜੀ ਦੇ ਨਾਲ ਹੋਇਆ। 2 ਸਾਹਿਬਜ਼ਾਦੇ ਮਾਤਾ ਜੀਤਾਂ ਜੀ ਦੇ ਸਨ। ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹ ਮਾਤਾ ਜੀਤਾਂ ਜੀ ਦੇ ਸਨ ਤੇ 2 ਸਾਹਿਬਜ਼ਾਦੇ ਮਾਤਾ ਸੁੰਦਰੀ ਜੀ ਦੇ ਸਨ। ਤਾਂ ਗੁਰਮੁਖ ਪਿਆਰਿਓ, ਜਿਹਦਾ ਨਾਮ ਸੁੰਦਰੀ ਸੀ ਦਾ ਰਿਸ਼ਤਾ ਸਤਿਗੁਰੂ ਜੀ ਦੇ ਨਾਲ ਕਰਨ ਵਾਸਤੇ ਮਾਤਾ ਜੀ ਅੱਗੇ ਬੇਨਤੀ ਕੀਤੀ। ਮਾਤਾ ਗੁਜਰ ਕੌਰ ਜੀ ਦੇ ਕੋਲ ਬੇਨਤੀ ਕੀਤੀ, ਜਿਸ ਨੂੰ ਮਾਤਾ ਜੀ ਨੇ ਪ੍ਰਸੰਨਤਾ ਨਾਲ ਪ੍ਰਵਾਨ ਕਰ ਲਿਆ ਤੇ ਆਨੰਦਪੁਰ ਹੀ ਸਾਰਾ ਪ੍ਰਬੰਧ ਕਰਕੇ 7 ਵਿਸਾਖ ਸੰਮਤ 1741 ਨੂੰ ਆਪ ਜੀ ਦਾ ਇਹ ਆਨੰਦ ਕਾਰਜ ਆਨੰਦਪੁਰ ਸਾਹਿਬ ਦੇ ਵਿੱਚ ਕਰ ਦਿੱਤਾ। ਜੋ ਦੂਸਰਾ ਵਿਆਹ ਮਹਾਰਾਜ ਜੀ ਦਾ ਹੋਇਆ, ਅਸਾਮ ਦਾ ਰਾਜਾ ਰਤਨ ਰਾਏ ਦਰਸ਼ਨਾਂ ਨੂੰ ਆਇਆ। ਜਿਹੜਾ ਇਹ ਅਸਾਮ ਦਾ ਰਾਜਾ ਸੀ ਰਤਨ ਰਾਏ, ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਹੋਇਆ ਸੀ। ਰਾਜਾ ਤੇ ਰਾਣੀ ਦੇ ਘਰ ਕੋਈ ਪੁੱਤਰ ਨਹੀਂ ਸੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਮ ਗਏ ਹੋਏ ਸੀ, ਉਦੋਂ ਬੈਠੇ ਬੈਠੇ ਵਿਚਾਰਾਂ ਕਰਦੇ ਸੀ। ਰਾਜਾ ਨੇ ਬੇਨਤੀ ਕੀਤੀ ਵੀ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਮੋਹਰ ਸੀ। ਉਹ ਮੋਹਰ
ਰਾਜੇ ਦੇ ਮੱਥੇ ਤੇ ਲਾ ਦਿੱਤੀ। ਕਹਿੰਦੇ ਜਾ ਤੇਰੇ ਘਰ ਦੇ ਵਿੱਚ ਪੁੱਤਰ ਹੋਏਗਾ, ਜਦ ਤੈਨੂੰ ਬਚਨ ਕਰ ਦਿੱਤਾ। ਰਾਜਾ ਕਹਿੰਦਾ ਮਹਾਰਾਜ ਮੈਨੂੰ ਕੀ ਪਤਾ ਲੱਗੂਗਾ ਵੀ ਤੁਹਾਡੀ ਬਖਸ਼ਿਸ਼ ਹੋਈ ਹੋਈ ਆ, ਤੁਸੀਂ ਕਿਰਪਾ ਕੀਤੀ ਆ। ਮਹਾਰਾਜ ਜੀ ਕਹਿੰਦੇ ਜਦੋਂ ਤੇਰੇ ਘਰ ਦੇ ਵਿੱਚ ਪੁੱਤਰ ਹੋਏਗਾ, ਤੇਰੇ ਪੁੱਤਰ ਦੇ ਮੱਥੇ ਦੇ ਉੱਤੇ ਵੀ ਇਹੀ ਮੋਹਰ ਦਾ ਨਿਸ਼ਾਨ ਹੋਵੇਗਾ। ਆਖੋ ਸਤਨਾਮ। ਇਹ ਨਿਸ਼ਾਨ ਤੇਰੇ ਪੁੱਤਰ ਦੇ ਮੱਥੇ ਦੇ ਉੱਤੇ ਹੋਏਗਾ। ਸਮਾਂ ਲੰਘਦਾ ਗਿਆ, ਲੰਘਦਾ ਗਿਆ, ਲੰਘਦਾ ਗਿਆ। ਰਾਜੇ ਨੇ ਆਪਣੇ ਘਰ ਵਾਲੀ ਨੂੰ ਦੱਸਿਆ, ਰਾਣੀ ਨੂੰ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਬਚਨ ਕੀਤਾ, ਮੇਰੇ ਮੱਥੇ ਦੇ ਉੱਤੇ ਮੋਹਰ ਲਾ ਕੇ ਆਖਿਆ ਵੀ ਤੇਰੇ ਘਰ ਦੇ ਵਿੱਚ ਪੁੱਤਰ ਹੋਵੇਗਾ। ਤੇ ਮੈਂ ਮਹਾਰਾਜ ਨੂੰ ਬੇਨਤੀ ਕੀਤੀ ਵੀ ਕੀ ਨਿਸ਼ਾਨੀ ਹੋਏਗੀ ਵੀ ਤੁਹਾਡੀ ਬਖਸ਼ਿਸ਼ ਆ। ਮਹਾਰਾਜ ਜੀ ਨੇ ਕਿਹਾ ਉਹਦੇ ਮੱਥੇ ਦੇ ਉੱਤੇ ਮੋਹਰ ਦਾ ਨਿਸ਼ਾਨ ਹੋਏਗਾ। ਆਖੋ ਸਤਨਾਮ। ਛੋਟੀ ਜੀ ਮੋਹਰ ਸੀ। ਸਮਾਂ ਲੰਘਦਾ ਗਿਆ, ਘਰ ਦੇ ਵਿੱਚ ਪੁੱਤਰ ਹੋਇਆ ਤੇ ਗੁਰਮੁਖ ਪਿਆਰਿਓ ਰਾਜਾ ਚੜ੍ਹਾਈ ਕਰ ਗਿਆ ਸੀ। ਘਰ ਦੇ ਵਿੱਚ ਪੁੱਤਰ ਹੋਇਆ ਜਿਹਦਾ ਨਾਮ ਰਤਨ ਰਾਏ ਰੱਖਿਆ ਗਿਆ ਤੇ ਰਾਜ ਭਾਗ ਗੁਰਤਾ ਗੱਦੀ ਦਾ ਤਿਲਕ ਰਤਨ ਰਾਏ ਨੂੰ ਲਾਇਆ ਗਿਆ। ਸਾਂਭ ਦਾ ਰਾਜਾ ਹੋਇਆ। ਇੱਕ ਦਿਨ ਸੀਸੇ ਦੇ ਵਿੱਚ ਖੜਾ ਦਸਤਾਰ ਸਜਾ ਰਿਹਾ, ਧਿਆਨ ਦੇ ਨਾਲ ਗੌਰ ਦੇ ਨਾਲ ਦੇਖਿਆ, ਮੱਥੇ ਦੇ ਉੱਤੇ ਮੋਹਰ ਦਾ ਨਿਸ਼ਾਨ ਆ। ਰਤਨ ਰਾਏ ਰਾਜੇ ਨੇ ਪੁੱਛਣਾ ਕੀਤਾ, ਮਾਤਾ ਇੱਕ ਗੱਲ ਦੱਸ, ਆ ਜਿਹੜੇ ਮੇਰੇ ਮੱਥੇ ਦੇ ਵਿੱਚ ਕੋਈ ਨਿਸ਼ਾਨ ਜਾ, ਇਹ ਕੋਈ ਸੱਟ ਸੁੱਟ ਲੱਗੀ ਹੈ ਜਾਂ ਕੋਈ ਕਾਹਦਾ ਨਿਸ਼ਾਨ ਆ? ਰਾਣੀ ਨੇ ਦੱਸਣਾ ਕੀਤਾ, ਪੁੱਤਰ ਜੀ ਇਹ ਸਤਿਗੁਰੂ ਦੀ ਬਖਸ਼ਿਸ਼ ਆ। ਤੇਰਾ ਜਨਮ ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਹੋਇਆ। ਉਹਨਾਂ ਨੇ ਬਚਨ ਕੀਤਾ ਸੀ ਤੇ ਤੁਹਾਡੇ ਜਿਹੜਾ ਪੁੱਤਰ ਹੋਗਾ ਉਹਦੇ ਮੱਥੇ ਦੇ ਉੱਤੇ ਮੋਹਰ ਦਾ ਨਿਸ਼ਾਨ ਹੋਏਗਾ। ਇਹ ਸਤਿਗੁਰੂ ਦੀ ਬਖਸ਼ਿਸ਼ ਆ, ਤੂੰ ਸਤਿਗੁਰੂ ਦੇ ਬਚਨਾਂ ਦੇ ਨਾਲ ਹੋਇਆ ਹੈ। ਰਤਨ ਰਾਏ ਦੀ ਉਮਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਰਾਬਰ ਦੀ ਸੀ। ਜਿੰਨੀ ਉਮਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੀ, ਉਨੀ ਰਤਨ ਰਾਏ ਦੀ ਸੀ। ਤਾਂ ਸਤਿਗੁਰੂ ਜੀ ਦੀ ਜਦੋਂ ਇਹ ਸੁਣੀ ਵੀ ਮੇਰੇ ਤੇ ਸਤਿਗੁਰੂ ਦੀ ਬਖਸ਼ਿਸ਼ ਉਹਨਾਂ ਦੇ ਬਚਨਾਂ ਦੇ ਨਾਲ ਹੋਇਆ, ਮਨ ਦੇ ਵਿੱਚ ਇੱਛਾ ਹੋ ਗਈ ਕਿ ਮੈਂ ਵੀ ਸਤਿਗੁਰੂ ਦੇ ਦਰਸ਼ਨ ਕਰਾਂਗਾ। ਮਾਤਾ ਮੈਨੂੰ ਵੀ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਚੱਲੋ ਤੇ ਮੈਂ ਵੀ ਸਤਿਗੁਰੂ ਦੇ ਦਰਸ਼ਨ ਕਰਾਂਗਾ। ਰਾਣੀ ਨੇ ਕਿਹਾ, ਪੁੱਤਰ ਜੀ ਉਹ ਇਸ ਸਮੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਹਿੰਦੂਆਂ ਦੇ ਲਈ ਧਰਮ ਤੋਂ ਆਪਣਾ ਆਪ ਕੁਰਬਾਨ ਕਰ ਗਏ ਨੇ। ਆਖੋ ਸਤਨਾਮ। ਮਨ ਇੱਕਦਮ ਨਿਰਾਸ਼ ਹੋ ਗਿਆ। ਜਦੋਂ ਮਨ ਨਿਰਾਸ਼ ਹੋਇਆ ਵੀ ਮਾੜੇ ਭਾਗ ਨੇ, ਮੈਂ ਉਹਨਾਂ ਦੇ ਦਰਸ਼ਨ ਕਰਨੇ ਸੀ। ਰਾਣੀ ਕਹਿਣ ਲੱਗੀ, ਪੁੱਤਰ ਜੀ ਨਿਰਾਸ਼ ਨਾ ਹੋਵੋ। ਉਹਨਾਂ ਦੀ ਗੁਰਤਾ ਗੱਦੀ ਤੇ ਉਹਨਾਂ ਦੇ ਜਿਗਰ ਦੇ ਟੋਟੇ, ਉਹਨਾਂ ਦੇ ਪੁੱਤਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਨੇ। 10ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਤੁਹਾਡੀ ਉਮਰ ਦੀ ਨੇ, ਤੁਹਾਡੇ ਹਾਣੀ ਨੇ। ਮਨ ਦੇ ਵਿੱਚ ਇੱਛਾ ਹੋਈ, ਫਿਰ ਮੈਂ ਜ਼ਰੂਰ ਉਹਨਾਂ ਦੇ ਦਰਸ਼ਨ ਕਰਾਂਗਾ। ਮਾਤਾ ਦਰਸ਼ਨ ਕਰਾਂਗਾ। ਕਹਿਣ ਲੱਗੀ, ਪੁੱਤਰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਵਾਂਗੇ ਤੇ ਕੀਮਤੀਆਂ ਵਸਤੂਆਂ ਲੈ ਕੇ ਜਾਈ। ਫਿਰ ਰਾਜਾ ਰਤਨ ਰਾਏ ਨੇ ਪੰਜ ਕਲਾ ਸ਼ਸਤਰ, ਜਿਹਨੂੰ ਬਟਨ ਦਬੀਏ ਪਿਸਤੌਲ ਬਣ ਜਾਂਦਾ, ਫਿਰ ਬਟਨ ਦਬੀਏ ਫਿਰ ਗੁਰਮੁਖ ਪਿਆਰੇ ਦੂਸਰਾ ਢਾਲ ਬਣ ਜਾਂਦੀ ਆ। ਇਸ ਤਰ੍ਹਾਂ ਬਟਨ ਦੱਬਣ ਦੇ ਨਾਲ ਪੰਜ ਸ਼ਸਤਰ ਬਾਰ-ਬਾਰ ਪ੍ਰਗਟ ਹੁੰਦੇ ਸੀ। ਉਹ ਤਿਆਰ ਕਰਵਾਇਆ, ਜਿਹੜਾ ਕਿ ਰਾਜੇ ਮਹਾਰਾਜੇ ਦੇ ਕੋਲ ਕਿਸੇ ਕੋਲ ਨਹੀਂ ਸੀ। ਫਿਰ ਇੱਕ ਪ੍ਰਸਾਦੀ ਹਾਥੀ ਮਧਰੇ ਜਿਹੇ ਕੱਦ ਦਾ, ਸੁੰਡ ਤੋਂ ਲੈ ਕੇ ਪੂੰਛ ਤੱਕ ਚਿੱਟੇ ਰੰਗ ਦੀ ਧਾਰੀ ਸੀ। ਪੂਰੀਆਂ ਸੁੰਡ ਤੋਂ ਲੈ ਕੇ ਪਿੱਛੇ ਤੱਕ ਚਿੱਟੇ ਰੰਗ ਦੀ ਧਾਰੀ।
ਉਹ ਮਹਾਰਾਜ ਜੀ ਦੇ ਵਾਸਤੇ ਹਾਥੀ ਲਿਆਂਦਾ, ਉਹਨੂੰ ਬੜੀ ਟ੍ਰੇਨਿੰਗ ਦਿੱਤੀ, ਉਹਨੂੰ ਬੜਾ ਸਿਖਾਇਆ ਹੋਇਆ ਹਾਥੀ, ਬੜੀ ਟ੍ਰੇਨਿੰਗ ਦੇ ਕੇ ਪੂਰਾ ਤਿਆਰ ਪਰ ਤਿਆਰ ਕੀਤਾ। ਫਿਰ ਚੰਦਨ ਦੀ ਚੌਂਕੀ, ਤਾਂ ਗੁਰਮੁਖ ਪਿਆਰੇ ਇਸ ਤਰ੍ਹਾਂ ਦੀਆਂ ਕੀਮਤੀ ਸੁਗਾਤਾਂ ਲੈ ਕੇ ਬੜੀ ਤਿਆਰੀ ਤੇ ਪ੍ਰਤਿਆਰੀ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਆਖੋ ਸਤਨਾਮ। ਸਾਰੀਆਂ ਕੀਮਤੀ ਵਸਤੂਆਂ ਸਤਿਗੁਰੂ ਜੀ ਨੂੰ ਭੇਟਾ ਕਰ ਦਿੱਤੀਆਂ। ਭੇਟਾਂ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਰਤਨ ਰਾਏ ਨਿਹਾਲ ਹੋ ਗਏ। ਇਹੀ ਜਿਹੜੀਆਂ ਵਸਤੂ ਦੀ ਕੀਮਤੀ ਇਹੀ ਵਸਤੂਆਂ ਭੀਮ ਚੰਦ ਕਹਿੰਦਾ ਵੀ ਇਹਨਾਂ ਫਕੀਰਾਂ ਦੇ ਕੋਲ ਇਹਨਾਂ ਦਾ ਮਤਲਬ ਕੀ ਹੈ? ਇਹ ਤਾਂ ਕੀਮਤੀ ਚੀਜ਼ਾਂ ਮੇਰੇ ਕੋਲ ਹੋਣੀ ਚਾਹੀਦੀਆਂ ਨੇ। ਭੀਮ ਚੰਦ ਜਦੋਂ ਗੁਰੂ ਘਰ ਆਨੰਦਪੁਰ ਸਾਹਿਬ ਆਇਆ, ਦੇਵੀ ਦਿਆਲ ਨੇ, ਕਿਉਂਕਿ ਦੇਵੀ ਦਿਆਲ ਦਾਸ ਜਿਹੜਾ ਸੀ ਉਹ ਗੁਰੂ ਦਾ ਸ਼ਰਧਾਲੂ ਸੀ, ਉਹ ਗੁਰੂ ਦੀ ਉਸਤਤ ਭੀਮ ਚੰਦ ਦੇ ਕੋਲ ਕਰਦਾ ਰਹਿੰਦਾ ਸੀ ਵੀ ਬੜਾ ਸੋਹਣਾ ਦਰਬਾਰ ਆ, ਬੜੇ ਸਾਤਰਧਾਰੀ ਸਿੰਘ ਨੇ, ਬੜੇ ਘੋੜੇ ਨੇ, ਹਾਥੀ ਨੇ, ਬੜੀਆਂ ਕੀਮਤੀ ਸੁਗਾਤਾਂ ਨੇ। ਚਲੋ ਕਹਿੰਦੇ ਭੀਮ ਚੰਦ ਜੀ ਤੁਹਾਨੂੰ ਵੀ ਦਰਸ਼ਨ ਕਰਵਾ ਦਈਏ। ਇਹ ਭੀਮ ਚੰਦ ਦਾ ਜਿਹੜਾ ਦੇਵੀ ਦਿਆਲ ਸੀ, ਇਹ ਵਜ਼ੀਰ ਸੀ ਭੀਮ ਚੰਦ ਦਾ। ਭੀਮ ਚੰਦ ਨੂੰ ਲੈ ਕੇ ਜਦੋਂ ਆਨੰਦਪੁਰ ਸਾਹਿਬ ਆਇਆ ਨਾ, ਤੇ ਦੇਖ ਕੇ ਹੈਰਾਨ ਪ੍ਰਸੰਨ ਹੋ ਗਿਆ। ਦੇਖ ਕੇ ਹੈਰਾਨ ਪ੍ਰਸੰਨ ਹੋ ਗਿਆ। ਕਹਿੰਦਾ ਵੀ ਦੇਵੀ ਦਿਆਲ ਜਿਹੜੀਆਂ ਤੂੰ ਗੱਲਾਂ ਦੱਸੀਆਂ ਸੀ ਉਦੋਂ 10 ਗੁਣਾ ਵੱਧ ਨੇ, ਉਦੋਂ 10 ਗੁਣਾ ਵੱਧ ਨੇ। ਤੇ ਗੁਰਮੁਖ ਪਿਆਰਿਓ ਦੇਖ ਕੇ ਨਿਹਾਲ ਹੋ ਗਿਆ। ਬੜਾ ਖੁਸ਼ ਹੋਇਆ ਭੀਮ ਚੰਦ, ਅੰਦਰੋਂ ਅੰਦਰੀ ਸ਼ਰਧਾਲੂ ਬਣ ਗਿਆ। ਮਹਾਰਾਜ ਜੀ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ, ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾ। ਉਦੋਂ ਦਾ ਕਹਿੰਦਾ ਜੀ ਠੀਕ ਆ, ਜ਼ਰੂਰ ਛਕ ਲਵਾਂਗੇ। ਤੇ ਗੁਰਮੁਖ ਪਿਆਰਿਓ ਅੱਗੇ ਸਮਾਂ ਇਤਿਹਾਸ ਬੜਾ ਲੰਮਾ, ਇਜਾਜ਼ਤ ਨਹੀਂ ਦਿੰਦਾ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਬਾਕੀ ਵਿਚਾਰਾਂ ਕਰਾਂਗੇ ਅੱਗੋਂ। ਕੱਲ ਨੂੰ ਸਤਿਗੁਰੂ ਜੀ ਰਹਿਮਤ ਨਾਲ, ਕਿਰਪਾ ਦੇ ਨਾਲ ਮਹਾਰਾਜ ਜੀ ਮਿਹਰ ਕਰਨ। ਸੋ ਹੁਣ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਗੁਰੂ ਘਰ ਦੀਆਂ, ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕੀਤਾ। ਜੀ ਆਇਆਂ, ਧੰਨਵਾਦ। ਸਤਿਗੁਰੂ ਮਹਾਰਾਜ ਜੀਓ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਸੋ ਆਓ ਹੁਣ ਅਰਦਾਸ ਸ਼ਲੋਕ ਦੇ ਵਿੱਚ ਜੁੜਿਓ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦਿਆਂ ਦੇ ਕੰਨ ਲੈ ਕਰਕੇ ਫਿਰ ਆਪੋ ਆਪਣੇ ਘਰੋਂ ਵਿਹਾਰ ਕਰਨੇ ਆ। ਸੋ ਦੇਖਦੀਆਂ ਸੇਵਾਵਾਂ ਸਰਦਾਰ ਹਰਮੇਸ਼ ਸਿੰਘ ਜੀ ਵੱਲੋਂ ਇੱਕ ਜਸਕੀਰਤ ਸਿੰਘ ਪੋਤਰਾ ਜਗਦੀਸ਼ ਸਿੰਘ ਜੀ ਨਾਮ ਲਿਖ ਕੇ ਪਰਿਵਾਰ ਨੇ ਭੇਜਿਆ, ਪਰ ਇਹ ਨਹੀਂ ਲਿਖਿਆ ਵੀ ਅਰਦਾਸ ਕਾਹਦੀ ਕਰਨੀ ਆ, ਜਨਮ ਦਿਨ ਦੀ ਜਾਂ ਉਹ ਸੁੱਖ ਸ਼ਾਂਤੀ ਵਾਸਤੇ। ਕਿਉਂਕਿ ਫਿਰ ਜਦੋਂ ਆਪਾਂ ਪੂਰਾ ਲਿਖਿਆ ਹੁੰਦਾ ਨਾ, ਉਹਦੇ ਉੱਤੇ ਸਹੀ ਢੰਗ ਦੇ ਨਾਲ ਅਰਦਾਸ ਹੋ ਜਾਂਦੀ ਹੈ। ਮਹਾਰਾਜ ਜੀ ਜਾਂ ਜਨਮ ਦਿਨ ਹੈ, ਜਾਂ ਕੋਈ ਬਾਹਰ ਜਾਣ ਦੀ ਖੁਸ਼ੀ ਦੇ ਵਿੱਚ, ਜਾਂ ਕੋਈ ਸੁੱਖ ਸ਼ਾਂਤੀ ਦੇ ਵਿੱਚ, ਉਹ ਜ਼ਰੂਰ ਭਾਈ ਆਪੋ ਆਪਣਾ ਲਿਖ ਕੇ ਪਰਚੀ ਦੇ ਉੱਤੇ ਜ਼ਰੂਰ ਲਿਖ ਕੇ ਲੈ ਕੇ ਆਇਆ ਕਰੋ। ਨਾਲ ਦੀ ਨਾਲ ਫਿਰ ਅਰਦਾਸ ਹੋ ਜਾਂਦੀ ਹੈ ਵੀ ਕਾਹਦੇ ਸੰਬੰਧ ਵਿੱਚ ਦੇਖ ਦੀ ਸੇਵਾ ਆਈ ਹੈ। ਸੋ ਆਓ ਸ਼ਲੋਕ ਦੇ ਵਿੱਚ ਬੋਲ ਕੇ ਆਪਣੇ ਰਸਮ ਨੂੰ ਕਰੀਏ ਪਵਿੱਤਰ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀਆਂ ਦੇਗਾਂ ਲੈ ਕੇ ਚਾਹ ਦਾ ਲੰਗਰ ਪਾਣੀ ਛਕ ਕੇ ਭਾਈ ਫਿਰ ਆਪੋ ਆਪਣੇ ਘਰੋਂ ਵਿਹਾਰ ਕਰਨੇ। ਚਾਹ ਦਾ ਲੰਗਰ ਚੱਲ ਰਿਹਾ, ਸੰਗਤਾਂ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦੀ ਸੇਵਾ ਕਰ ਸਕਦਾ। ਚਲਦੇ ਲੰਗਰ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ, ਕੋਈ ਦੁੱਧ ਦੀ ਸੇਵਾ, ਕੋਈ ਰਸਾਂ ਦੀ ਸੇਵਾ, ਕੋਈ ਚੀਨੀ ਦੀ ਸੇਵਾ, ਕੋਈ ਕਾਸ਼ ਦੀ ਸੇਵਾ, ਕੋਈ ਵੀ ਕਰ ਸਕਦੇ, ਵਿੱਚ ਕੋਈ ਮਨਾਹੀ ਨਹੀਂ ਹੈ। ਇਹ ਨਹੀਂ ਵੀ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਵੱਲੋਂ ਹੀ ਇਹ ਲੰਗਰ ਲੱਗਿਆ ਹੋਇਆ, ਆਪਾਂ ਨਾਲ ਵੀ ਫਰਜ਼ ਬਣਦਾ, ਆਪਾਂ ਵੀ ਆਪਣੀਆਂ ਰਸਤਾਂ ਵਸਤਾਂ ਨੂੰ ਸਫਲੀਆਂ ਬਣਾ ਸਕਦੇ ਹਾਂ। ਚਲਦੀ ਸੇਵਾ ਵਿੱਚ ਕੋਈ ਵੀ ਕਿਸ ਤਰ੍ਹਾਂ ਦਾ ਯੋਗਦਾਨ ਪਾ ਸਕਦਾ ਹੈ। ਬਹੁਤ ਸੰਗਤਾਂ ਕੋਈ ਰਸਾਂ ਦੀ ਸੇਵਾ ਕਰਦਾ, ਕੋਈ ਚੀਨੀ ਦੀ ਸੇਵਾ ਕਰਦਾ, ਕੋਈ ਚਾਹ ਦੀ ਸੇਵਾ ਕਰਦਾ, ਕੋਈ ਦੁੱਧ ਦੀ ਸੇਵਾ ਕਰਦਾ। ਸਭਨਾਂ ਦਾ ਧੰਨਵਾਦ। ਆਓ ਸ਼ਲੋਕ ਦੇ ਵਿੱਚ ਬੋਲੀਏ।
ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਸੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।